ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬੀ ਅਤੇ ਪੰਜਾਬੀ ਦੇ ਨਾਲ ਜੁੜੀਆਂ ਖਾਸ ਖਬਰਾਂ। ਸਭ ਤੋਂ ਪਹਿਲਾਂ ਰੁਖ ਕਿਸਾਨੀ ਸੰਘਰਸ਼ ਦੇ ਵੱਲ ਕਰਦੇ ਹਾਂ। ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦੇ ਦਰਮਿਆਨ ਦਿੱਲੀ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ। 26 ਜਨਵਰੀ ਦੀ ਘਟਨਾ ਨੂੰ ਲੈ ਕੇ ਦਿੱਲੀ ਪੁਲਿਸ ਦੇ ਮੁੱਖ ਆਗੂਆਂ ਦੇ ਵੱਲੋਂ ਬੈਠ ਕੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਬੂਤਾਂ ਦੇ ਸਮੇਤ ਗੱਲਬਾਤ ਕੀਤੀ ਗਈ ਹੈ ਤੇ ਨਾਲ ਹੀ ਦਿੱਲੀ ਪੁਲਿਸ ਦੇ ਵੱਲੋਂ ਇਸ ਮੌਕੇ ਦੇ ਉੱਤੇ ਕਿਹਾ ਗਿਆ ਹੈ ਕਿ 26 ਜਨਵਰੀ ਦੀ ਘਟਨਾ ਦੇ ਵਿੱਚ ਗਰਮ ਖਿਆਲੀ ਕਈ ਸੰਗਠਨਾਂ ਦਾ ਹੱਥ ਸੀ, ਜਿਸ ਕਰਕੇ ਇਹ ਅਜਿਹੀ ਘਟਨਾ ਵਾਪਰੀ ਹੈ। ਇਸ ਨੂੰ ਲੈ ਕੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਹੈ ਦਿੱਲੀ ਦੇ ਪੁਲਿਸ ਆਫਿਸਰਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਸੁਣਦੇ ਹਾਂ। हम लोगों ने किसान जो नेता हैं जो वहाँ पे आंदोलन कर रहे हैं उनको भी ये बात बताई थी कि कुछ एलिमेंट्स ऐसे हैं जो इस किसान आंदोलन का फ़ायदा उठाना चाहते हैं। और इसी कॉन्टेक्स्ट में दिल्ली पुलिस को सोशल मीडिया मॉनिटरिंग के कॉन्टेक्स्ट में एक पर्टिकुलर अकाउंट के द्वारा एक डॉक्यूमेंट अपलोड किया गया जिसका नाम टूल किट है। उस टूल किट को एक पर्टिकुलर प्रो खालिस्तानी ऑर्गेनाइजेशन है जिसका नाम पोएटिक जस्टिस फाउंडेशन है, इसके द्वारा इसकी ऑथरशिप दिखाई गई है। और इस डॉक्यूमेंट में एक एक्शन प्लान डिलिनेट किया गया है, जिस एक्शन प्लान में ये बताया गया है कि 26 जनवरी के बाद 26 जनवरी और उसके आसपास डिजिटल स्ट्राइक करना है, एक ट्वीट स्टॉर्म करना है 23 जनवरी के ऑनवर्ड्स, एक फिजिकल एक्शन करना है 26 जनवरी को, और फार्मर्स प्रोटेस्ट और जो मार्च 26 जनवरी को होना था उसको या तो ज्वाइन करना है या इसको वॉच करना है, कैसे ये दिल्ली में प्रवेश करता है और फिर वापस ये बॉर्डर पे जाता है। इसके लिए लोगों को बताया गया था इस टूल किट के माध्यम से। इसको अपलोड किया गया और फिर कुछ दिनों बाद इसको डिलीट भी कर दिया गया, लेकिन ये हमारे संज्ञान में आया है। और अगर आप 26 जनवरी और उसके आसपास के इवेंट्स को देखें तो आपको ये मालूम होगा कि ये बिल्कुल कॉपी कैट बिल्कुल एग्जीक्यूशन था। जिस तरह का प्लान इस डॉक्यूमेंट में है उसी तरह की एक्टिविटीज़ ग्राउंड पे भी दिखाई देती हैं। तो इसका संज्ञान लेते हुए दिल्ली पुलिस ने जो ऑथर्स हैं टूल किट के, उनके खिलाफ एक केस दर्ज किया है धारा 124A, 153A, 153 और 120B IPC में, जिसका कि इन्वेस्टिगेशन दिल्ली पुलिस की साइबर सेल द्वारा किया जाएगा। उधर लगातार बेअदबी मामलों ਨੂੰ ਲੈ ਕੇ ਰੇੜਕਾ ਬਰਕਰਾਰ ਸੀ ਕਿ ਆਖਰਕਾਰ ਬੇਅਦਬੀ ਮਾਮਲਿਆਂ ਦੀ ਜਾਂਚ ਕਦੋਂ ਪੰਜਾਬ ਪੁਲਿਸ ਦੇ ਹੱਥ ਆਵੇਗੀ। ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਉਹਨਾਂ ਦੇ ਹੱਥ CBI ਦੇ ਵੱਲੋਂ ਆਈਆਂ ਫਾਈਲਾਂ ਆ ਚੁੱਕੀਆਂ ਨੇ। ਦੱਸ ਦਈਏ ਕਿ 5 ਦੇ ਕਰੀਬ ਫਾਈਲਾਂ ਨੇ ਜਿਨ੍ਹਾਂ ਦੇ ਵਿੱਚ ਬੇਅਦਬੀ ਮਾਮਲਿਆਂ ਨੂੰ ਲੈ ਕੇ ਅਹਿਮ ਸਬੂਤ ਨੇ। ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਲੈ ਕੇ ਵਿਰੋਧੀਆਂ ਨੂੰ ਵੀ ਨਿਸ਼ਾਨੇ ਦੇ ਉੱਤੇ ਲਿਆ। ਇੰਨੀ ਦੇਰ ਤੋਂ ਅਸੀਂ ਇਹਦਾ ਪਿੱਛਾ ਕਰਦੇ ਹਾਂ ਕਿ ਸੱਚਾਈ ਨਿਕਲਣੀ ਚਾਹੀਦੀ ਹੈ ਕਿ ਬੇਅਦਬੀ ਕਿੱਥੇ ਹੋਈ ਹੈ, ਕੈਸੇ ਹੋਈ ਹੈ, ਕਿਹਨੇ ਕੀਤੀ ਹੈ। ਔਰ ਉਹਦੇ ਵਿੱਚ ਫਿਰ ਜਦੋਂ ਅਸੀਂ ਆਏ, ਅਸੀਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਿਠਾਇਆ ਸੀ, ਉਹਨਾਂ ਦਾ ਵੀ ਇਹ ਬਿਠਾਇਆ ਸੀ ਅਸੀਂ 6 ਜੂਨ 2018 ਨੂੰ। ਉਹਨਾਂ ਨੇ ਆਪਣੀ ਰਿਪੋਰਟ 'ਚ ਸਪਸ਼ਟ ਕਰ ਦਿੱਤਾ ਕਿ ਉਹਨਾਂ ਦੇ ਮਨ ਦੇ ਵਿੱਚ ਕੀ ਸੀ। ਉਸ ਤੋਂ ਬਾਅਦ ਅਸੀਂ ਪੰਜਾਬ ਅਸੈਂਬਲੀ ਨੇ ਰੈਜ਼ੋਲੂਸ਼ਨ ਕੀਤਾ 28/8/18 ਨੂੰ ਕਿ ਇਹ ਕਾਗਜ਼ ਵਾਪਸ ਕੀਤੇ ਜਾਣ। ਬਾਰ-ਬਾਰ ਟਾਲਦੇ ਰਹੇ। ਔਰ ਟਾਲਣ ਵਾਲਾ ਕੌਣ? ਇੱਕ ਥੋੜਾ ਮਿਨਿਸਟਰ ਬੈਠਾ ਅਕਾਲੀ ਦਲ ਦਾ, ਉੱਥੇ ਅਗਰ ਉਹ ਚਾਹੁੰਦੇ ਸੀ ਕੋਈ ਸਾਨੂੰ ਹੈਲਪ ਕਰੇ, ਹਰਸਿਮਰਤ ਕੌਰ, ਉਹ ਕਰਾ ਸਕਦੀ ਸੀ ਵਾਪਸ, ਕਿਉਂ ਨਹੀਂ ਉਹਨੇ ਵਾਪਸ ਕਰਾਇਆ? ਹੁਣ ਜਦੋਂ ਉਹਨਾਂ ਨੇ ਗਵਰਨਮੈਂਟ ਛੱਡਤੀ, ਉਹਦਾ ਮਤਲਬ ਇਹਨਾਂ ਦਾ ਦਬਾਅ ਸੀ ਕਿ ਉਧਰੋਂ ਕਾਗਜ਼ ਵਾਪਸ ਆਉਣ। ਔਰ ਇੱਕ ਵਾਰ ਛੱਡਤੀ, ਫਿਰ ਉਹਨਾਂ ਨੇ ਕੋਰਟ ਦਾ ਜਿਹੜਾ ਹੁਕਮ ਹੋਇਆ ਉਹਨੂੰ ਤਾਮੀਲ ਕਰਦੇ ਹੋਏ ਇਹ ਕਾਗਜ਼ ਸਾਡੇ ਕੋਲ ਵਾਪਸ ਆ ਗਏ ਨੇ। ਤਾਂ ਸ਼ੁਕਰ ਕਰੋ ਕਿ ਹੁਣ 4 ਸਾਲਾਂ ਬਾਅਦ ਇਹ ਕੰਮ ਹੁਣ ਸਿਰੇ ਪਹੁੰਚਣ ਲੱਗਿਆ ਔਰ ਅਸੀਂ ਹੁਣ ਇਹਦੀ ਸ਼ੁਰੂਆਤ ਕਰਾਂਗੇ ਤਾਂ ਕਿ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਉਹਦਾ ਅੰਤ ਵਿੱਚ ਆਪਾਂ ਇਸ ਨੂੰ ਸਿਰੇ ਚੜਾ ਕੇ ਛੱਡਾਂਗੇ, ਔਰ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਅਸੀਂ ਬਖਸ਼ਣਾ ਹੈ ਨਹੀਂ। ਉਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਦਿੱਲੀ ਦੇ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਦਰਮਿਆਨ ਦਿੱਲੀ ਦੀ ਪੁਲਿਸ ਦੇ ਵੱਲੋਂ ਵਰਤੀਆਂ ਜਾਣ ਵਾਲੀਆਂ DTC ਦੀਆਂ ਬੱਸਾਂ ਨੂੰ ਵਾਪਸ ਬੁਲਾਉਣ ਦੇ ਹੁਕਮ ਜਾਰੀ ਕੀਤੇ ਗਏ ਸੀ, ਜਿਸ ਤੋਂ ਬਾਅਦ ਖਬਰ ਸਾਹਮਣੇ ਆਈ ਹੈ ਕਿ ਇੱਕ ਝਟਕਾ ਦਿੱਲੀ ਦੀ ਸਰਕਾਰ ਨੂੰ ਵੀ ਕੇਂਦਰ ਸਰਕਾਰ ਦੇ ਵੱਲੋਂ ਦਿੱਤਾ ਜਾਣ ਦੀ ਤਿਆਰੀ ਕਰ ਲਈ ਗਈ ਹੈ। ਇਸ ਨੂੰ ਲੈ ਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਮਨੀਸ਼ ਸਿਸੋਦੀਆ ਦਾ ਕਹਿਣਾ ਹੈ ਕਿ ਹੁਣ ਕੇਂਦਰ ਸਰਕਾਰ ਜਲਦ ਹੀ ਦਿੱਲੀ ਸਰਕਾਰ ਦੀਆਂ ਸ਼ਕਤੀਆਂ
ਉਪ ਰਾਜਪਾਲ ਨੂੰ ਦੇਣ ਦੀ ਤਿਆਰੀ ਕਰ ਰਹੀਆਂ ਨੇ। ਕੀ ਕੁਝ ਕਿਹਾ ਹੈ ਮਨੀष सिसोदिया ने, ਉਹ सुनते हैं। दिल्ली की सरकार को बनाने का जो कानून है, जिसे JNCTT एक्ट कहते हैं, उसमें बदलाव करके केंद्र सरकार अब LG को इतनी पावर देने जा रही है कि वो दिल्ली की चुनी हुई सरकार के काम रोक सकें। दिल्ली की चुनी हुई सरकार के पास अब निर्णय लेने की शक्ति नहीं होगी, वो LG के पास होगी। LG का मतलब है केंद्र सरकार के पास होगी, केंद्र की बीजेपी की सरकार के पास में होगी। स्टेट गवर्नमेंट जिसको जनता चुनती है, दिल्ली की जनता चुनती है, उसके पास में अब डिसीजन लेने की पावर नहीं होगी। और बहुत ही गोपनीय तरीके से, बहुत चुपचाप खुफिया तरीके से कल इन्होंने ये कैबिनेट में कानून लेके आए और उसको पास किया। केंद्र सरकार का जो ये कदम है वो लोकतंत्र में लोकतांत्रिक तरीके से जनता द्वारा चुनी गई सरकार की पावर कम करने का जो कदम है, ये लोकतंत्र की आत्मा के खिलाफ तो है ही है, ये संविधान के भी खिलाफ है। संविधान में साफ साफ लिखा हुआ है कि दिल्ली में एक चुनी हुई सरकार होगी और उसके पास में 3 सब्जेक्ट को छोड़ के सारे काम पर 3 मुद्दों को छोड़ के, पुलिस, जमीन एंड पब्लिक ऑर्डर, इन 3 चीजों को छोड़ के दिल्ली की चुनी हुई सरकार, दिल्ली की चुनी हुई विधानसभा सारे मसलों पर निर्णय ले सकेगी और सारे मसलों पर गवर्नमेंट चला सकेगी। उधर पंजाब के मुख्य मंत्री कैप्टन अमरिंदर सिंह ਦੇ ਵੱਲੋਂ अरविंद केजरीवाल ਨੂੰ ਲੈ ਕੇ ਇੱਕ ਵੀਡੀਓ ਨਸ਼ਰ ਕੀਤੀ ਗਈ ਸੀ, ਜਿਸ ਵੀਡੀਓ ਤੋਂ ਬਾਅਦ ਸਿਆਸੀ ਘਮਾਸਾਨ ਪੈਦਾ ਹੋ ਗਿਆ। ਇਸ ਨੂੰ ਲੈ ਕੇ अरविंद केजरीवाल ਦਾ ਕਹਿਣਾ ਹੈ ਕਿ कैप्टन अमरिंदर सिंह इस वीडियो ਨੂੰ डिलीट ਕਰਨ क्योंकि ਇਹ ਵੀਡੀਓ एडिट ਕੀਤੀ ਗਈ ਹੈ। ਇਸ ਨੂੰ ਲੈ ਕੇ अरविंद केजरीवाल ਦੇ ਬਿਆਨ ਤੋਂ ਬਾਅਦ ਰਾਜਕੁਮਾਰ ਵੇਰਕਾ ਦਾ ਬਿਆਨ ਆਇਆ। ਰਾਜਕੁਮਾਰ ਵੇਰਕਾ ਨੇ ਤਿੱਖੀ ਟਿੱਪਣੀ अरविंद केजरीवाल ਨੂੰ ਲੈਂਦਿਆਂ ਕੀਤੀ ਹੈ। ਬਈ कैप्टन अमरिंदर सिंह ਦੇ ਉੱਪਰ ਆ केजरीवाल ਸਾਹਿਬ ਨੇ ਕੇਸ ਕਰਕੇ ਫਿਰ ਮਾਫੀ ਮੰਗਣੀ ਹੈ ਨਾ। ਬਈ ਜਿੰਨਿਆਂ ਦੇ ਉੱਪਰ ਕੇਸ ਕੀਤੇ केजरीवाल ਨੇ ਉਹ ਸਾਰਿਆਂ ਕੋ ਮਾਫੀ ਮੰਗੀ ਆ। ਤੇ केजरीवाल ਸਾਹਿਬ ਵੈਸੇ ਤੁਹਾਡੀ ਫਿਤਰਤ ਮਾਫੀ ਮੰਗਣ ਦੀ ਹੋ ਚੁੱਕੀ ਆ, ਕਿਉਂਕਿ ਝੂਠ ਵੀ ਤੁਸੀਂ ਬੋਲਦੇ ਹੋ, ਆਖਰ ਮਾਫੀ ਵੀ ਤੁਸੀਂ ਮੰਗਦੇ ਹੋ। ਇਹ ਝੂਠ ਵੀ ਤੁਹਾਡਾ, ਮਾਫੀ ਵੀ ਤੁਹਾਡੀ। उधर केंद्रीय राज मंत्री किशन गोपाल गुर्जर के वलों भी प्रैस कॉन्फ्रेंस की गई है। दस दिए कि बीते दिनों राकेश टिकैत के वलों गुर्जर नूं लैके कई तरह के बयान दिते गए सन, जिस दे उत्ते गुर्जर के वलों प्रैस कॉन्फ्रेंस करदियां अपने उत्ते लगे सारे इल्जामां नूं झूठा करार दिता है। ते नाल ही उन्होंने ये भी कहा है कि किसानों का संघर्ष ना किसी धर्म का है ते ना ही किसी पार्टी का, इस करके सरकार किसानों की है ते किसान सरकार दे ने। सरकार हर वक्त गलबात करने के लिए तैयार है ते जल्दी इस किसानी मसले का हल भी निकलेगा। किसान की कोई जाति नहीं होती, किसान की कोई पार्टी भी नहीं है, किसान का कोई धर्म भी नहीं है। किसान सबका है और सब किसान के हैं। जैसे आप देखते हैं प्रकृति किसी के साथ भेदभाव नहीं करती। सूरज धूप देने में, बादल बरसने में किसी के साथ भेदभाव नहीं करते। ऐसे ही मोदी जी भी किसी के साथ भेदभाव नहीं करते। मोदी जी भी सबके हैं और सब मोदी जी के हैं। इसलिए हमने नंदकिशोर जी से और समाज से कहा कि टकराव का रास्ता ठीक नहीं है। टकराव किसी समस्या का समाधान नहीं है। सब हमारे भाई हैं, सब अपने हैं। अपनी मांगों के लिए शांतिपूर्ण आंदोलन करना हर किसी का अधिकार है, और हम भी तो सब किसान हैं। इसलिए मोदी जी के लिए इस देश के 135 करोड़ लोग, हर धर्म को मानने वाले लोग, हर वर्ग के लोग, किसान हो, गरीब हो, दलित हो, पिछड़ा हो, सब मोदी जी सबके हैं। और मोदी सरकार का यही तो उद्देश्य है, सबको, सबका साथ, सबका विकास और सबका विश्वास को लेकर ये सरकार मोदी जी के नेतृत्व में चल रही है। उधर रूपनगर ਦੇ ਵਿੱਚ ਪੱਤਰਕਾਰਾਂ ਦੇ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ ਹੈ। ਪੱਤਰਕਾਰਾਂ ਦਾ ਕਹਿਣਾ ਸੀ ਕਿ ਕਈ ਪੱਤਰਕਾਰਾਂ ਦੇ ਖਿਲਾਫ ਦਿੱਲੀ ਪੁਲਿਸ ਦੇ ਵੱਲੋਂ ਪਰਚੇ ਦਰਜ ਕੀਤੇ ਗਏ ਨੇ ਜੋ ਕਿ ਬੇਬੁਨਿਆਦ ਨੇ। ਇਸ ਨੂੰ ਲੈ ਕੇ ਪ੍ਰਦਰਸ਼ਨ ਪੱਤਰਕਾਰਾਂ ਦੇ ਵੱਲੋਂ ਕੀਤਾ ਗਿਆ।
ਇਹ ਕੇਂਦਰ ਸਰਕਾਰ ਨੇ ਮੀਡੀਆ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਹੜਾ ਸੱਚਾਈ ਦਾ ਕੰਮ ਸੀ ਉਹ ਇਸਨੇ ਉਪਰਾ ਕਰ ਦਿੱਤਾ ਹੈ। ਪੱਤਰਕਾਰਾਂ ਨੇ ਜਿੰਨੀ ਵੀ ਸੱਚਾਈ ਦਿਖਾਈ ਹੈ ਉਹ ਠੀਕ ਸੱਚਾਈ ਹੈ, ਪਰ ਜਿਹੜਾ ਮੋਦੀ ਮੀਡੀਆ ਹੈ ਇਹ ਉਸ ਨੂੰ ਲੁਕੋ ਰਿਹਾ ਹੈ। ਸਾਡੀ ਤਾਂ ਸਰਕਾਰ ਤੋਂ ਇਹੀ ਮੰਗ ਹੈ ਕਿ ਜਿਹੜਾ ਸੱਚਾਈ ਆ ਉਹਨੂੰ ਪੇਸ਼ ਕਰੇ ਤੇ ਜਿਹੜੀਆਂ ਝੂਠੀਆਂ ਰਿਪੋਰਟਾਂ ਉਹ ਰੱਦ ਕਰੇ। ਜਿਹੜੇ ਸਾਡੇ ਪੱਤਰਕਾਰਾਂ ਉੱਪਰ ਰੱਦ ਕੇਸ ਪਾਏ ਹੋਏ ਹਨ ਉਹਨੂੰ ਰੱਦ ਕਰੇ ਤੇ ਇਨਸਾਫ ਦਿਵਾਵੇ। ਅਸੀਂ ਇਹੀ ਮੰਗ ਕਰਦੇ ਹਾਂ ਸੈਂਟਰ ਤੋਂ। ਕੇਂਦਰ ਸਰਕਾਰ ਦਾ ਜੋ ਵਤੀਰਾ ਹੈ ਬਹੁਤ ਨਿੰਦਣਯੋਗ ਹੈ। ਪਿਛਲੇ ਸਮੇਂ ਦੌਰਾਨ ਅਸੀਂ ਦੇਖਿਆ ਹੈ ਕਿ ਕਿਸਾਨੀ ਸੰਘਰਸ਼ ਦੇ ਦੌਰਾਨ ਜੋ ਮੀਡੀਆ ਕਵਰੇਜ ਕਰ ਰਹੇ ਸਨ ਉਹਨਾਂ ਦੇ ਖਿਲਾਫ ਨਾ ਕੇਵਲ ਪਰਚੇ ਦਰਜ ਕੀਤੇ ਗਏ, ਸਗੋਂ ਕਈ ਪੱਤਰਕਾਰਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਅਸੀਂ ਉਸ ਦੀ ਜ਼ੋਰਦਾਰ ਨਿਖੇਧੀ ਕਰਦੇ ਹਾਂ ਤੇ ਮੰਗ ਕਰਦੇ ਹਾਂ ਕਿ ਜੋ ਪੱਤਰਕਾਰਾਂ ਦੇ ਖਿਲਾਫ ਝੂਠੇ ਕੇਸ ਦਰਜ ਕੀਤੇ ਗਏ ਨੇ ਉਹਨਾਂ ਨੂੰ ਵਾਪਸ ਕੀਤਾ ਜਾਵੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਅਜਿਹਾ ਵਤੀਰਾ ਧੱਕੇਸ਼ਾਹੀ ਵਾਲਾ ਸਰਕਾਰ ਦਾ ਜਾਰੀ ਰਿਹਾ ਤਾਂ ਅਸੀਂ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ। ਔਰ ਮੈਂ ਸਾਰੇ ਜੋ ਇੱਥੇ ਸਾਥੀ ਸਾਡੇ ਜ਼ਿਲ੍ਹੇ ਭਰ ਤੋਂ ਆਏ ਨੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਇਕੱਠੇ ਹੋ ਕੇ ਅਸੀਂ ਇਸ ਗੱਲ ਦਾ ਇੱਕ ਪ੍ਰੋਟੈਸਟ ਕੀਤਾ। ਪੱਤਰਕਾਰਾਂ ਨੂੰ ਆਪਸ 'ਚ ਏਕਾ ਕਰਨਾ ਚਾਹੀਦਾ ਹੈ, ਇੱਕ ਦੂਜੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ। ਜੇ ਪੱਤਰਕਾਰ 'ਚ ਕੋਈ ਐਲੀਮੈਂਟ ਗਲਤ ਹੈ ਤਾਂ ਉਹਨੂੰ ਬੈਠ ਕੇ ਸਮਝਾਉਣਾ ਚਾਹੀਦਾ ਫੈਟ 'ਤੇ, ਨਾ ਕਿ ਉਹਨੂੰ ਓਪਨਲੀ ਕੰਡੈਮ ਕਰਨਾ ਚਾਹੀਦਾ। ਕਿਉਂਕਿ ਪੱਤਰਕਾਰਾਂ ਨੂੰ ਜਿਹੜੀ ਇਹ ਗੱਲ ਹੈਗੀ ਹੈ, ਪੱਤਰਕਾਰਾਂ ਦੀ ਇੱਕ ਆਸਕ ਹੈ ਸਮਾਜ ਦੇ ਵਿੱਚ ਵੀ ਪੱਤਰਕਾਰ ਜਿਹੜੇ ਨਿਰਪੱਖ ਗੱਲ ਕਰਦੇ ਆ ਔਰ ਜਿਹਦੇ ਵਿੱਚ ਉਹਨਾਂ ਦਾ ਆਪਣਾ ਕੋਈ ਹਿੱਤ ਨਹੀਂ ਹੁੰਦਾ, ਉਹ ਇੱਕ ਵੱਡੇ ਹਿੱਤਾਂ ਵਾਸਤੇ ਆਵਾਜ਼ ਉਠਾਉਂਦੇ ਆ ਤਾਂ ਕਿ ਲੋਕ ਸੁਰੱਖਿਅਤ ਰਹਿਣ, ਲੋਕਾਂ ਦੀ ਜਿਹੜੀ ਆਵਾਜ਼ ਹੈ ਸਰਕਾਰ ਤੱਕ ਪਹੁੰਚੇ। ਲੇਕਿਨ ਸਰਕਾਰ ਹੁਣ ਉਹੀ ਆਵਾਜ਼ ਬੰਦ ਕਰ ਰਹੀ ਹੈ ਜਿਹੜੀ ਕਿ ਬਹੁਤ ਖਤਰਨਾਕ ਗੱਲ ਹੈ। ਉਧਰ ਪੰਜਾਬ ਦੇ ਵਿੱਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੀ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਿਆ ਹੈ। ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਖ-ਵੱਖ ਸਿਆਸੀ ਧਿਰਾਂ ਦੇ ਵੱਲੋਂ ਆਪਣੀਆਂ ਵਿਰੋਧੀ ਪਾਰਟੀਆਂ ਦੇ ਉੱਤੇ ਸਿਆਸੀ ਇਲਜ਼ਾਮਬਾਜ਼ੀ ਸ਼ੁਰੂ ਹੋ ਚੁੱਕੀ ਹੈ। ਇਸ ਦੇ ਵਿੱਚ ਅਕਾਲੀ ਦਲ ਹੋਵੇ, ਆਮ ਆਦਮੀ ਪਾਰਟੀ ਹੋਵੇ, ਕਾਂਗਰਸ ਹੋਵੇ ਜਾਂ ਫਿਰ ਭਾਜਪਾ ਜਾਂ ਫਿਰ ਅਜਿਹੀਆਂ ਧਿਰਾਂ ਜੋ ਲਗਾਤਾਰ ਵੋਟਾਂ ਦੇ ਵਿੱਚ ਉਤਰਦੀਆਂ ਨੇ, ਹੁਣ ਉਹਨਾਂ ਧਿਰਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਸਵਾਲੀਆ ਨਿਸ਼ਾਨ ਲਗਾਏ ਜਾ ਰਹੇ ਨੇ। ਇਸੇ ਕੜੀ ਦੇ ਵਿੱਚ ਰੂਪਨਗਰ ਦੇ ਵਿੱਚ ਪਹੁੰਚੇ ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਟਿੱਪਣੀ ਕੀਤੀ ਗਈ ਹੈ ਤੇ ਚੋਣਾਂ ਦੇ ਵਿੱਚ ਸ਼ਾਂਤਮਈ ਮਾਹੌਲ ਰੱਖਣ ਦੇ ਲਈ ਚੋਣ ਕਮਿਸ਼ਨ ਦੇ ਕੋਲ ਵੀ ਅਪੀਲ ਕੀਤੀ ਗਈ ਸੀ ਕਿ ਪੰਜਾਬ ਦੇ ਵਿੱਚ ਪੈਰਾਮਿਲਟਰੀ ਫੋਰਸਿਸ ਦੀ ਵਰਤੋਂ ਕਰਕੇ ਹੀ ਚੋਣਾਂ ਕਰਵਾਈਆਂ ਜਾਣ। ਅਜਿਹਾ ਹੀ ਕੁਝ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਬਿਆਨ ਹੈ, ਉਹ ਬਿਆਨ ਵੀ ਸੁਣਾਵਾਂਗੇ ਤੇ ਉਸ ਤੋਂ ਬਾਅਦ ਇਸ ਸਾਰੇ ਬਿਆਨਾਂ ਦਾ ਜਵਾਬ ਪੰਜਾਬ ਸਰਕਾਰ ਦੇ ਵੱਲੋਂ ਪਾਪਕੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਰਾਜਕੁਮਾਰ ਵੇਰਕਾ ਨੇ ਦਿੱਤਾ ਹੈ। ਪਹਿਲਾਂ ਵਿਰੋਧੀ ਧਿਰਾਂ ਦੇ ਬਿਆਨ ਸੁਣਦੇ ਹਾਂ, ਫਿਰ ਸੱਤਾਧਾਰੀ ਧਿਰ ਦਾ ਬਿਆਨ ਸੁਣਾਂਗੇ। ਦੇਖੋ 21 ਸ਼ਹਿਰ ਦੇ ਵਾਰਡ ਹੈ ਤੇ 21 ਵਾਰਡਾਂ ਤੋਂ 21 ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਤੱਕੜੀ ਸਿੰਬਲ ਦੇ ਉੱਤੇ ਚੋਣ ਲੜ। ਨੋਮੀਨੇਸ਼ਨਾਂ ਵੀ ਸਾਰਿਆਂ ਦੀਆਂ ਹੋ ਗਈਆਂ ਸੀ, ਅੱਜ ਸਕਰੂਟਨੀ ਵੀ ਸਾਰਿਆਂ ਦੀ ਹੋ ਗਈ, ਠੀਕ ਠਾਕ ਹੈ। ਇਸ ਕਰਕੇ 100% ਸ਼ਹਿਰ ਦੇ ਜਿੰਨੇ ਵਾਰਡ ਉੱਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਚੋਣ ਜਿਹੜੀ ਹੈ ਉਹ ਲੜ ਰਿਹਾ। ਕਿਹੜੇ ਮੁੱਦਿਆਂ ਨੂੰ ਲੈ ਕੇ ਜੀ ਵੋਟਾਂ ਮੰਗੀਆਂ ਜਾ ਰਹੀਆਂ, ਕਿੰਨਾ ਵਿਕਾਸ ਰਹਿੰਦਾ ਹੈ, ਕੀ ਕਰਵਾਇਆ ਗਿਆ ਪਿਛਲੇ ਸਮੇਂ 'ਚ? ਦੇਖੋ ਮੇਨ ਜਿਹੜਾ ਮੁੱਦਾ ਸਾਡਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਰਾਜ ਭਾਗ ਦੇ ਵਿੱਚ ਬਹੁਤ ਵੱਡਾ ਵਿਕਾਸ ਰੋਪੜ ਸ਼ਹਿਰ ਦਾ ਹੋਇਆ। ਵੱਡੀਆਂ ਸੜਕਾਂ ਤੋਂ ਲੈ ਕੇ ਬਾਈਪਾਸ ਤੋਂ ਲੈ ਕੇ ਨਹਿਰਾਂ ਦੇ ਉੱਤੇ ਪੁਲ, 56 ਕਰੋੜ ਦੀ ਸੀਵਰੇਜ ਦੀ ਸਕੀਮ, 100% ਗਲੀਆਂ ਬਣਾਈਆਂ, ਸਟਰੀਟ ਲਾਈਟਾਂ ਲਾਈਆਂ, ਸੀਵਰੇਜ ਦੇ ਟ੍ਰੀਟਮੈਂਟ ਪਲਾਂਟ ਲਾਏ, ਸ਼ਹਿਰ ਦਾ ਸੀਨੀਅਰ ਸੈਕੰਡਰੀ ਸਕੂਲ ਬਣਾਇਆ, ਪਾਣੀ ਦੀਆਂ ਟੈਂਕੀਆਂ ਬਣਾਈਆਂ। ਕੋਈ ਗਿਣਤੀ ਨਹੀਂ ਹੈ ਕੰਮਾਂ ਦੀ। ਇੰਨਾ ਵੱਡਾ ਵਿਕਾਸ ਸਾਡੇ ਸਮੇਂ ਦੇ ਉੱਤੇ ਹੋਇਆ ਸੀਗਾ। ਪਰ ਅੱਜ ਲੋਕੀ ਸ਼ਹਿਰ ਦੇ ਜਿਹੜੇ ਆ ਮਿਊਸ ਹੈ ਕਿ ਜਦੋਂ ਦੀ ਸਰਕਾਰ ਬਦਲੀ ਹੈ ਤੇ ਜਿਹੜੇ ਕਮੇਟੀ ਕੋਲ ਪੈਸੇ ਸੀ ਉਹ ਵੀ ਕਾਂਗਰਸ ਸਰਕਾਰ ਲਾਉਣ ਤੋਂ ਰੋਕਦੀ ਰਹੀ। ਜਿਹੜੇ ਸਾਡੇ ਖਾਤਿਆਂ 'ਚ ਪੈਸੇ ਪਏ ਸੀ ਉਹ ਵੀ ਵਾਪਸ ਲੈ ਗਏ। ਔਰ ਦੂਜਾ ਜਿਹੜੇ 4.25 ਸਾਲ ਦੀ ਸਰਕਾਰ ਦੀ ਕਾਂਗਰਸ ਦੀ ਕਾਰਗੁਜ਼ਾਰੀ ਹੈ ਉਹ ਬੇਹੱਦ ਨਿਰਾਸ਼ਾਜਨਕ ਹੈ। ਹੁਣ ਕਿਉਂਕਿ ਇਹ ਇਲੈਕਸ਼ਨ ਖਤਮ ਹੋਣੀ ਹੈ, ਦੂਜੀ ਸ਼ੁਰੂ ਹੋ ਜਾਣੀ, ਇਸ ਕਰਕੇ ਦੋਵੇਂ ਇਸ਼ੂ ਨਾਲ ਚੱਲਣਗੇ ਕਿ ਜਿਹੜੀਆਂ ਗੁਟਕਾ ਸਾਹਿਬ ਦੀਆਂ ਕਸਮਾਂ ਖਾਧੀਆਂ ਸੀ ਉਹਨਾਂ ਦਾ ਕੀ ਬਣਿਆ, ਜਿਹੜੇ ਨੌਜਵਾਨਾਂ ਨਾਲ ਘਰ ਨੌਕਰੀਆਂ ਦੇ ਵਾਅਦੇ ਕੀਤੇ ਸੀ ਉਹਨਾਂ ਦਾ ਕੀ ਬਣਿਆ, ਤੇ ਜਿਹੜੇ ਸ਼ਹਿਰ ਦੇ ਨਾਲ ਤੁਸੀਂ ਜਿਹੜੀ ਹੈਗੀ ਆ ਵਿਤਕਰਾ ਕੀਤਾ ਉਹਦੀ ਸਜ਼ਾ। ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਕੇ ਇਲੈਕਸ਼ਨ ਦਾ ਹਿੱਸਾ ਬਣੀਆਂ। ਵੀ ਅਸੀਂ ਜਿਹੜਾ ਹੈਗਾ ਅੱਜ ਮੰਗ ਕਰਕੇ ਆਵਾਂਗੇ ਕਿ ਜਿੰਨੇ ਵੀ ਪੰਜਾਬ 'ਚ ਕੈਂਡੀਡੇਟ ਨੇਗੇ, ਖਾਸ ਤੌਰ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ, ਕਿਉਂਕਿ ਕਾਂਗਰਸ ਪਾਰਟੀ ਲਗਾਤਾਰ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੂੰ ਨਿਸ਼ਾਨਾ ਬਣਾ ਰਹੀ ਆ, ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਸਿਕਿਉਰਿਟੀ ਪ੍ਰਦਾਨ ਕੀਤੀ ਜਾਵੇ, ਉਹਨਾਂ ਸਭ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਔਰ ਦੂਜੇ ਪਾਸੇ ਪੰਜਾਬ ਦੇ ਜਿਹੜੇ ਸਾਰੇ ਸੈਂਸਿਟਿਵ ਪੁਆਇੰਟ ਨੇਗੇ, ਇਹਨਾਂ ਸਾਰੀਆਂ ਜਗ੍ਹਾ ਦੇ ਉੱਤੇ ਜਿਹੜੀ ਆ ਪੈਰਾਮਿਲਟਰੀ ਫੋਰਸਿਸ ਲਾਈ ਜਾਵੇ। ਕਿਉਂਕਿ ਇਸ ਤੋਂ ਪਹਿਲਾਂ ਵੀ ਅਸੀਂ ਜਦੋਂ ਆਏ ਸੀਗੇ, ਤੁਹਾਨੂੰ ਸਭ ਨੂੰ ਪਤਾ ਹੈਗਾ ਕਿ ਪਿਛਲੇ ਹਫਤੇ ਅਸੀਂ ਆ ਕੇ ਗਏ ਸੀ, ਉਸ ਦਿਨ ਵੀ ਅਸੀਂ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਤੋਂ ਮੰਗ ਕੀਤੀ ਸੀ ਕਿ ਪੰਜਾਬ ਵਿੱਚ ਜਿਹੜੀ ਆ ਪੈਰਾਮਿਲਟਰੀ ਫੋਰਸਿਸ ਲਾਈਆਂ ਜਾਣ, ਕਿਉਂਕਿ ਪੰਜਾਬ ਵਿੱਚ ਜਿਹੜਾ ਹੈਗਾ ਪੰਜਾਬ ਪੁਲਿਸ ਦਾ ਕਾਂਗਰਸ ਪਾਰਟੀ ਨੇ ਸਿਆਸੀਕਰਨ ਕੀਤਾ ਹੋਇਆ ਔਰ ਲਗਾਤਾਰ
ਪੰਜਾਬ ਦੇ ਵਿੱਚ ਜਿਹੜੀ ਉਹ SHO ਲੱਗੇ ਹੋਏ ਨੇ ਜਾਂ ਉਹ DSP ਲੱਗੇ ਹੋਏ ਨੇ ਜਾਂ SDM ਲੱਗੇ ਹੋਏ ਨੇ ਜਿਨ੍ਹਾਂ ਨੂੰ 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ। ਪੰਜਾਬ ਵਿੱਚ ਬਹੁਤੀ ਜਗ੍ਹਾ ਤੇ 3 ਸਾਲ ਤੋਂ ਉੱਪਰ ਤੋਂ SHO ਲੱਗੇ ਨੇ, DSP ਲੱਗੇ ਨੇ, SDM ਲੱਗੇ ਨੇਗੇ, ਤਹਿਸੀਲਦਾਰ ਲੱਗੇ ਨੇਗੇ। ਉਹ ਲਗਾਤਾਰ ਕਾਂਗਰਸ ਪਾਰਟੀ ਦੇ ਜਿੰਨੇ ਨੁਮਾਇੰਦੇ ਨੇ ਉਹਨਾਂ ਦੀ ਹਮਾਇਤ ਕਰ ਰਹੇ ਨੇਗੇ। ਸੋ ਇਸ ਗੱਲ ਨੂੰ ਲੈ ਕੇ ਅਸੀਂ ਪਹਿਲਾਂ ਹੀ ਮਿਲੇ ਤੇ ਅੱਜ ਵੀ ਸਾਡੀ ਉਹੀ ਮੰਗ ਆ, ਪਰ ਲੇਕਿਨ ਅਸੀਂ ਹੁਣ ਮੰਗ ਕਰਦੇ ਆਂਗੇ ਕਿ ਜਿੰਨੇ ਕੈਂਡੀਡੇਟ ਨੇ ਪੰਜਾਬ ਵਿੱਚ, ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ, ਸਭ ਨੂੰ ਸਿਕਿਉਰਿਟੀ ਦਿੱਤੀ ਜਾਵੇ ਔਰ ਨਾਲ ਦੀ ਨਾਲ ਪੰਜਾਬ ਵਿੱਚ ਜਿਹੜੀ ਆ ਪੈਰਾਮਿਲਟਰੀ ਫੋਰਸ ਜਿਹੜੀ ਆ ਉਹ ਲਗਾਈ ਜਾਵੇ। ਤੇ ਹੁਣ ਬਿਆਨ ਸੁਣਾਉਂਦੇ ਆ ਕਿ ਆਖਿਰਕਾਰ ਰਾਜਕੁਮਾਰ ਵੇਰਕਾ ਦੇ ਵੱਲੋਂ ਕਿਸ ਤਰ੍ਹਾਂ ਜਵਾਬ ਦਿੱਤਾ ਗਿਆ ਵਿਰੋਧੀ ਧਿਰਾਂ ਦੀਆਂ ਸਾਰੀਆਂ ਗੱਲਾਂ ਦਾ। ਬਈ ਇਹ ਹਾਰ ਦੇ ਸ਼ੰਕਾ ਇਹਨਾਂ ਨੂੰ ਸਾਰਿਆਂ ਨੂੰ ਪਈ ਹੋਈ ਹੈ। ਇਹਨਾਂ ਨੂੰ ਪਤਾ ਲੱਗ ਗਿਆ ਕਿ ਬੁਰੀ ਤਰ੍ਹਾਂ ਹਾਰਨਾ ਹੈ ਤੇ ਹਾਰਨ ਦੇ ਕਾਰਨ ਇਹ ਘਬਰਾਹਟ 'ਚ ਬੋਲ ਰਹੇ ਹੈ। ਇਹ ਕਹਿੰਦੇ ਆ ਕਿ ਕਾਂਗਰਸ ਪਾਰਟੀ ਧਾਂਦਲੀਆਂ ਕਰੇਗੀ। ਅਸੀਂ ਕਿਉਂ ਧਾਂਦਲੀਆਂ ਕਰਾਂਗੇ ਭਾਈ? ਇਹ ਦੇਸ਼ ਦੇ ਅੰਦਰ ਕਾਨੂੰਨ ਦਾ ਰਾਜ ਹੈ ਤੇ ਅਸੀਂ ਕਾਨੂੰਨ ਤੇ ਵਿਸ਼ਵਾਸ ਰੱਖਦੇ ਹਾਂ। ਇਹ ਅਕਾਲੀ ਦਲ ਦੀ ਸਰਕਾਰ ਨਹੀਂ ਕਿ ਡੰਡੇ ਦੇ ਜ਼ੋਰ ਦੇ ਉੱਪਰ ਲੋਕਾਂ ਦੇ ਕਾਗਜ਼ ਰੱਦ ਕਰਾਵਾਂਗੇ। ਅਸੀਂ ਕੋਈ ਕਾਗਜ਼ ਰੱਦ ਨਹੀਂ ਕਰਾਵਾਂਗੇ। ਇਹਨਾਂ ਦਾ ਡਰ ਬੋਲਦਾ, ਇਹਨਾਂ ਦੀ ਹਾਰ ਬੋਲਦੀ ਹੈ। ਇੱਕ ਨੌਜਵਾਨ ਨਵਰੀਤ ਸਿੰਘ ਦਾ ਦੇਹਾਂਤ ਹੋ ਗਿਆ ਸੀ। ਨਵਰੀਤ ਦਾ ਅੱਜ ਅੰਤਿਮ ਅਰਦਾਸ ਸੀ। ਇਸ ਸਮਾਗਮ ਦੇ ਵਿੱਚ ਸਾਰੀਆਂ ਹੀ ਸਿਆਸੀ ਧਿਰਾਂ ਦੇ ਆਗੂ ਮੌਜੂਦ ਰਹੇ ਨੇ। ਇਸ ਮੌਕੇ ਦੇ ਉੱਤੇ ਸੁਖਪਾਲ ਸਿੰਘ ਖਹਿਰਾ ਦੇ ਸਮੇਤ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੀ ਨਜ਼ਰ ਆਈ ਹੈ, ਜਿਨ੍ਹਾਂ ਦੇ ਵਿੱਚੋਂ ਪ੍ਰਿयंका ਗਾਂਧੀ ਖਾਸ ਤੌਰ ਤੇ ਉੱਥੇ ਪਹੁੰਚੇ ਨੇ ਤੇ ਪ੍ਰਿयंका ਗਾਂਧੀ ਨੇ ਪਹੁੰਚ ਕੇ ਇਸ ਮੌਕੇ ਦੇ ਉੱਤੇ ਸਰਕਾਰ ਅਤੇ ਪ੍ਰਸ਼ਾਸਨ ਦੋਹਾਂ ਦੇ ਉੱਤੇ ਗੰਭੀਰ ਇਲਜ਼ਾਮਾਂ ਦੀ ਝੜੀ ਲਾਈ ਹੈ। ਇਸ ਮੌਕੇ ਦੇ ਉੱਤੇ ਪ੍ਰਿयंका ਗਾਂਧੀ ਦਾ ਕਹਿਣਾ ਸੀ ਕਿ ਮੇਰਾ ਵੀ ਜਵਾਨ ਪੁੱਤ ਹੈ, ਇਸ ਕਰਕੇ ਮੈਂ ਇਸ ਮਾਂ ਦਾ ਦੁੱਖ ਸਮਝ ਸਕਦੀ ਹਾਂ। ਕੀ ਕੁਝ ਕਹਿ ਰਹੀ ਹੈ ਪ੍ਰਿयंका ਗਾਂਧੀ, ਉਹ ਸੁਣਦੇ ਹਾਂ। ये मौका नहीं है कि हम राजनीतिक बात करें, लेकिन हम ऐसा जुल्म सह नहीं सकते। जो सच्चाई है वो सच्चाई है। ये कोई राजनीतिक आंदोलन नहीं है, ये एक सच्चा आंदोलन है, आपका आंदोलन है, किसानों का आंदोलन है, इस देश के एक एक वासी का आंदोलन है। इसीलिए मैं आज यहाँ आई क्योंकि मैं इस परिवार को कहना चाहती हूँ कि आप अकेले नहीं हैं। आपके साथ इस देश का एक एक देशवासी खड़ा है, चाहे वो किसी भी धर्म का हो। इस देश के कोने कोने का किसान आपके साथ खड़ा है, हम आपके साथ खड़े हैं। आज मेरे साथ यहाँ आए हुए हजारों कांग्रेस के पश्चिमी उत्तर प्रदेश के कार्यकर्ता आपके साथ हैं और मैं सरदार हरदीप सिंह जी को कहना चाहती हूँ कि आपके पोते की शहादत हम व्यर्थ नहीं होने देंगे। यही कहने के लिए मैं यहाँ आई हूँ और मेरी आशा है कि आप सबके मन में भी यही बात है। इस आंदोलन को तब तक जारी रखेंगे जब तक ये 3 काले कानून सरकार वापस नहीं लेगी। उधर विरोधी पार्टियां ਦੇ ਕਈ ਆਗੂ ਇਕੱਠੇ ਹੋ ਕੇ ਗਾਜ਼ੀਪੁਰ ਬਾਰਡਰ ਦੇ ਵੱਲ ਵਧੇ ਸਨ ਅਤੇ ਗਾਜ਼ੀਪੁਰ ਦੇ ਵਿੱਚ ਬੈਠੇ ਕਿਸਾਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਗਏ ਸਨ, ਪਰ ਗਾਜ਼ੀਪੁਰ ਰੋਡ ਦੇ ਉੱਤੇ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕ ਦਿੱਤਾ ਗਿਆ ਹੈ ਅਤੇ ਇਹਨਾਂ ਦੇ ਵਿੱਚ ਹਰਸਿਮਰਤ ਕੌਰ ਬਾਦਲ ਦੇ ਸਮੇਤ ਵੱਖ-ਵੱਖ ਪਾਰਟੀਆਂ ਦੇ ਸੀਨੀਅਰ ਆਗੂ ਮੌਜੂਦ ਸਨ, ਜਿਨ੍ਹਾਂ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਤੱਕ ਪਹੁੰਚ ਕੀਤੀ ਜਾਣੀ ਸੀ, ਪਰ ਪ੍ਰਸ਼ਾਸਨ ਦੇ ਵੱਲੋਂ ਪਿੱਛੇ ਹੀ ਰੋਕ ਕੇ ਇਹਨਾਂ ਨੂੰ ਪ੍ਰਦਰਸ਼ਨਕਾਰੀਆਂ ਦੇ ਨਾਲ ਮਿਲਣ ਨਹੀਂ ਦਿੱਤਾ ਗਿਆ। बस आही कि अंदर कोई जा ही नहीं सकता। 3 किलोमीटर दूर तक इस तरह बैरिकेड है, होर किसी पासों जाओ। मैं पूछा दूजे पासों, कहते नहीं दूजे पासे भी आई है, तुसी जा ही नहीं सकते। ਤੁਸੀਂ ਲੋਕ ਪਹੁੰਚੇ ਉਧਰ ਕਿਸਾਨ ਵੀ ਹੱਕ 'ਚ ਤੁਹਾਡੇ ਨਾਅਰੇਬਾਜ਼ੀ ਕਰ ਰਹੇ ਸਨ। देखो बेचारे किसान दे नाल तो उत्थे ओनू तो जेल तो भी माड़े हालातां 'ਚ बंद करता हैगा। ना बिजली, ना पानी, ना खान वास्ते, ना आन जान दा रस्ता, लैटरिन तक नहीं हैगी। इंटरनेट भी बंद करता, कोई फोन करके दस भी ना सके। रब ना करे कोई हादसा हो जाए तो फायर ब्रिगेड कित्थों जाऊगी, एंबूलेंस कित्थों जाऊगी। एक सांसद होने के नाते सानू पार्लीमेंट 'ਚ ਚੱਕਣ नहीं दिता जा रहा। कहते राष्ट्रपति अभिभाषण 'ਚ गल करो, इत्थे किसान सानू नहीं मिल सकता। मेरे हल्के दे 20 लोग मर चुके ने, असीं उन्हां ताईं पहुंच नहीं कर सकते ते सरकार कहंदी एक टेलीफोन करके सानू दस दो भी तुसीं उत्थे बिजली दी सुविधा दित्ती कि उत्थे फोन बूथ लाया भी कित्थों फोन करनगे। आज लोड़ है कि मलहम लगाओ, किसान दी सुनो, लोकां नूं ये सोशल फैब्रिक एकता दा इहनूं बर्बाद ना करो, ਇਹਨੂੰ ਕਾਇਮ ਰੱਖੋ ਕਿਉਂਕਿ ਦੇਸ਼ ਫਲਦਾ ਫੁੱਲਦਾ ਹੀ ਇਸ ਏਕਤਾ ਦੇ ਨਾਲ ਹੈਗਾ। ਉਧਰ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸੱਦੀ ਗਈ ਬੀਤੇ ਦਿਨ ਦੀ ਸਰਬ ਪਾਰਟੀ ਬੈਠਕ ਦੇ ਵਿੱਚ ਕੀਤੀਆਂ ਗਈਆਂ ਟਿੱਪਣੀਆਂ ਨੂੰ ਲੈ ਕੇ ਭਾਜਪਾ ਦੇ ਆਗੂ ਤਰੁਣ ਚੁੱਗ ਕਾਫੀ ਤਲਖ ਨਜ਼ਰ ਆਏ ਨੇ। ਤਰੁਣ ਚੁੱਗ ਨੇ ਸਿੱਧੇ ਤੌਰ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਇਲਜ਼ਾਮਾਂ ਦੀ ਝੜੀ ਲਾਈ ਹੈ। ਕੀ ਕੁਝ ਕਹਿ ਰਹੇ ਨੇ ਤਰੁਣ ਚੁੱਗ, ਉਹ ਸੁਣੀਏ। ਪੰਜਾਬ ਦੇ ਅੰਦਰ ਕਾਨੂੰਨ ਵਿਵਸਥਾ ਦੀ ਸਥਿਤੀ ਬੜੀ ਚਿੰਤਾਜਨਕ ਹੈ। ਜਦੋਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਸੇ ਲਗਾਤਾਰ ਹਮਲੇ ਹੋ ਰਹੇ और सरकार
ਪੂਰੀ ਤਰ੍ਹਾਂ ਚੁੱਪ ਹੈ। ਸਰਵਦਲੀय ਮੀਟਿੰਗ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਜੀ ਦੁਆਰਾ ਬਲੂ ਸਟਾਰ ਆਪਰੇਸ਼ਨ ਦੀ ਯਾਦ ਦਿਵਾਨਾ ਔਰ ਇਹ ਜਿਹੜੇ ਤੁਹਾਡੇ ਬਿਆਨ ਨੇ ਇਹ ਪੰਜਾਬ ਦੇ ਆਮ ਜਨਮਾਨਸ ਨੂੰ, ਪੰਜਾਬ ਦੇ ਵਪਾਰ ਨੂੰ, ਇੰਡਸਟਰੀ ਨੂੰ, ਪੰਜਾਬ ਦੇ ਆਮ ਨਾਗਰਿਕ ਨੂੰ ਡਰਾਉਣ ਵਾਲੇ ਨੇ। ਔਰ ਅੱਜ ਉਸੇ ਕਾਂਗਰਸ ਪਾਰਟੀ ਦੇ ਮੁਖੀਆ, ਮੁੱਖ ਮੰਤਰੀ ਬਣ ਕੇ ਤੁਸੀਂ ਪੰਜਾਬ 'ਚ ਕੰਮ ਕਰ ਰਹੇ ਹੋ। ਅੱਜ ਤੱਕ ਦੋਨੋਂ ਗੱਲਾਂ ਤੇ ਤੁਸੀਂ ਸਟੈਂਡ ਸਪਸ਼ਟ ਨਹੀਂ ਕੀਤਾ ਔਰ ਪੰਜਾਬ ਦੀ ਲਾਅ ਐਂਡ ਆਰਡਰ ਨੂੰ ਸਮੇਟੋ ਮੁੱਖ ਮੰਤਰੀ ਸਾਹਿਬ। ਔਰ ਇਹ ਜਿਹੜੇ ਪੰਜਾਬ ਦੇ ਆਮ ਨਾਗਰਿਕ ਨੂੰ ਡਰਾਉਣ ਵਾਲੇ ਬਿਆਨ ਤੁਸੀਂ ਸਰਵਦਲੀ ਬੈਠਕ 'ਚ ਦਿੱਤੇ, ਮੈਂ ਉਹਦੀ ਕੜੀ ਨਿੰਦਾ ਕਰਨਾ। उधर 26 जनवरी की घटना के दरमियान कई नौजवानों के खिलाफ मामले दर्ज किए गए हैं तो उन्होंने हिरासत में लिया गया। इस नूं लैके सीनियर वकील AP सिंह ने गलबात की है। AP सिंह ने कहा है कि जो भी अंदोलनों के दरमियान परचे होंगे ने, जदों सरकारां दे विच समझौता किसी अंदोलन नूं लैके हुंदा तां उस दरमियान इह परचे कैंसल कर दिते जांदे ने। कि कुछ कह रहे हैं AP सिंह, वो सुणदे हां। जहां तक आपका सवाल किसान कानूनों के विरोध में हुए आंदोलन में दर्ज हुई FIR और केस और जो अरेस्ट हुए उनके संबंध में लीगल असिस्टेंट देने की बात है, वो भारतीय किसान यूनियनों की तरफ से सारी प्रोसेस है। लेकिन सबसे बड़ी बात ये है इसमें कि इन केसों में ये आंदोलनकारी हैं, ये जो भी अरेस्ट हुए हैं जिनके खिलाफ FIR है, नामजद हुए जो मुकदमे, ये आंदोलनकारी हैं। पहली बात तो आंदोलन के समय लगाए हुए मुकदमे ज्यादातर यही होता है, राजनीतिक से संबंधित मुकदमे हो जाते हैं और उनको सरकारों से जब वार्ता होती है तो वापस ले जाते हैं। और जब भारत सरकार ने जैसा कहा है कि वार्ता के लिए तैयार है, खुले मन से वार्ता के लिए तैयार है और किसान भी चाहते हैं, किसानों के संगठन यूनियंस भी चाहती है, उनके अध्यक्ष भी चाहते हैं कि वार्ता हो। जब वार्ता भारत सरकार और उनके बीच में शुरू होगी और उससे अवश्य निश्चित ही फल मिलेगा, अच्छा रिजल्ट आएगा, उसका परिणाम अच्छा आएगा। तो जब वार्ता होगी तो सबसे पहले वार्ता होने की शर्त यही है कि जो भी मुकदमे लगाए गए हैं, जो लोग जेल में हैं, वो वापस लिए जाएं और उनको रिहा किया जाए, छोड़ा जाए, जिससे कि आंदोलन के दौरान ये जो संगतियां पैदा हुई हैं वो खत्म हो। और क्योंकि ये आंदोलन किसान कानूनों के विरोध में है, जो 3 कानून है, जिन 3 कानूनों में जो कमियां हैं, जो समझ में आई हैं, सबके समझ में आई हैं, अब सामने भी आ गई हैं, दिख भी रही हैं, जो हो सकता है जल्दबाजी में कमियां छूटी हो, रही हो, ये बात व्यस्तता की वजह से। और दूसरी बात, ये आंदोलन सिर्फ इन 3 कानूनों के खिलाफ है, ना तो ये आंदोलन किसानों का आंदोलन किसी राजनीति से प्रेरित है, ना राजनीतिक लोगों ने हाईजेक किया है। राजनीतिक लोगों का काम पहुंचना होता है, संवेदना व्यक्त करना होता है, जाना होता है। और इस समय तो दिल्ली में है, सभी संसद चल रही, तो संसद में सब आए हुए हैं संसद की कार्रवाई भाग लेने की, राज्यसभा से, लोकसभा से, इसलिए वहां जाना तो स्वाभाविक है। लेकिन ये बात बहुत ही निश्चित है कि राजनीतिक आंदोलन नहीं है, ये टोटली किसान संगठनों का इन कानूनों के विरोध में आंदोलन है। उधर दिल्ली के मुख्य मंत्री अरविंद केजरीवाल के वल्लों वड्डा ऐलान किया गया। अरविंद केजरीवाल ने दिल्ली पुलिस के कोल गईयां DTC दियां 500 के लगभग बसां नूं वापस सੱਦ लिया। दस दिए कि बसां ਸਿੰਘੂ ਬਾਰਡਰ ਅਤੇ ਵੱਖ-ਵੱਖ ਬਾਰਡਰਾਂ ਦੇ ਉੱਤੇ ਅਲੱਗ-ਅਲੱਗ ਥਾਵਾਂ ਦੇ ਉੱਤੇ ਪੁਲਿਸ ਕਰਮਚਾਰੀਆਂ ਨੂੰ ਪਹੁੰਚਾਉਣ ਦਾ ਕੰਮ ਕਰ ਰਹੀਆਂ ਸਨ ਤੇ ਲਗਾਤਾਰ ਇਹਨਾਂ ਬੱਸਾਂ ਦੀ ਵਰਤੋਂ ਦਿੱਲੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਸੀ। ਪਰ ਹੁਣ ਅਰਵਿੰਦ ਕੇਜਰੀਵਾਲ ਨੇ ਹੁਕਮ ਦਿੱਤੇ ਨੇ ਕਿ ਬੱਸਾਂ वापस सद्दियां जाण ते इन्हां बसां नूं जल्द तो जल्द डिपूआं दे विच पहुंचाया जावे। सो ये बहुत वड्डा फैसला दिल्ली सरकार दा दस्सिया जा रहा। दस दिए कि अरविंद केजरीवाल ने तुरंत प्रभाव दे नाल इन्हां सारीआं बसां नूं वापस सद्दिया है। दस दिए कि लगातार जदों तो ये किसानी मोर्चा लग्या उदों तो ही पुलिस प्रशासन का आउण जाण ज़्यादातर दिल्ली दीआं DTC बसां दे विच हुंदा है। पर जदों हुण ये बसां वापस गईआं ने तां उस तों बाद भाजपा ने अरविंद केजरीवाल दे उत्ते टिप्पणी कीती है ਤੇ ਕਿਸਾਨਾਂ ਦੇ ਨਾਲ ਮਿਲੇ ਹੋਣ ਦੀ ਵੀ ਗੱਲ ਅਰਵਿੰਦ ਕੇਜਰੀਵਾਲ ਨੂੰ ਕਹਿ ਦਿੱਤੀ ਹੈ ਕਿ ਕੁਝ ਭਾਜਪਾ ਆਗੂ ਇਸ DTC ਦੀਆਂ ਬੱਸਾਂ ਦੇ ਵਾਪਸ ਸੱਦਣ ਦੇ ਉੱਤੇ ਕਹਿ ਰਹੇ ਨੇ। ਉਹ ਸੁਣਦੇ ਹਾਂ। केजरीवाल सरकार द्वारा दिल्ली पुलिस एवं पैरामिलिट्री फोर्सेस को DTC बसें वापस लेना और उनको बसें ना मुहैया कराना ये बहुत ही शर्मनाक कदम है। एक बार फिर केजरीवाल जी ने अपनी अराजकतावादी मानसिकता जाहिर कर दी है। पहले भी अरविंद केजरीवाल जी ने संवैधानिक व्यवस्थाओं को तार-तार करने का काम किया था, दिल्ली पुलिस के जवान को ठुल्ला कहकर अपमानित किया था और दिल्ली दंगों के दौरान
आपके मंत्रियों ने दिल्ली पुलिस पर दंगों में पुलिस पर बस जलाने का आरोप लगाया था और आज वो उन उपद्रवियों के साथ खड़े रहकर ये बात साबित करना चाहते हैं कि दिल्ली को वो अराजकतावादी आग के अंदर झोंकना चाहते हैं। दिल्ली वालों की सुरक्षा की उनको कोई परवाह नहीं है, दिल्ली वालों की उनकी कोई चिंता नहीं है। आज वो सिर्फ अपनी राजनीतिक स्वार्थ के लिए, पंजाब में अपने चुनाव के लिए, वो दिल्ली वालों के हितों को ताक में रखकर, दिल्ली वालों की सुरक्षा को ताक में रखकर अराजकतावादी लोगों के साथ खड़े हैं। ये अराजक मुख्यमंत्री हैं, आम आदमी पार्टी नहीं, ये अरविंद अराजक पार्टी बन गई है। मैं महामहिम उपराज्यपाल जी से मांग करता हूं कि इस मुद्दे पर तुरंत संज्ञान लेकर दिल्ली के मुख्यमंत्री को ये जो उन्होंने निर्णय लिया है, इसके विरुद्ध जाकर दिल्ली पुलिस को बसें मुहैया कराई जाए। पंजाब इस वेले दे विच फिलहाल लिए नहीं, फिर मुड़ हाजिर हुन्ने आ नवीं ते ताज़ा अपडेट्स दे नाल। तद तक लिए मैनूं दिओ इजाजत। बहुत बहुत धन्नवाद।